कोरोना वायरस के चलदਿਆਂ कनेडा ते अमरीका ने अपनियां सरहदां बंद करन दा ऐलान किया होया है। दोहां मुल्कां 'ਚ होए समझौते अनुसार सिर्फ जरूरी ਕੰਮਾਂ वाले लोग ही कनेडा की यात्रा कर सकते हैं ਅਤੇ सरहद पार कर सकते हैं। पर इसे दौरान अमरीका वाले पासियों कनेडा 'ਚ आउण लई सरहद ते कई लोगों वालों पहुँच की जा रही है, जिन्हां नूं कनेडा 'ਚ दाखिल होण नहीं दिता जा रहा है। जानकारी अनुसार बीते 16 हफ्तिਆਂ ਵਿੱਚ ਹੁਣ तक 12,000 ਤੋਂ ਵੱਧ ਲੋਕਾਂ ਨੂੰ ਕੈਨੇਡਾ ਦੀ ਸਰਹੱਦ ਤੋਂ ਵਾਪਸ ਮੋੜਿਆ ਗਿਆ, ਜਿਨ੍ਹਾਂ ਨੇ ਆਪਣੀ ਯਾਤਰਾ ਦੇ ਕਾਰਨ ਗੈਰ ਜ਼ਰੂਰੀ ਦੱਸੇ ਸਨ। ਜਾਣਕਾਰੀ ਅਨੁਸਾਰ 22 ਮਾਰਚ ਤੋਂ ਲੈ ਕੇ 12 ਜੁਲਾਈ ਤੱਕ 11,835 ਵਿਦੇਸ਼ੀ ਯਾਤਰੀਆਂ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਨਾਂਹ ਕੀਤੀ ਗਈ ਹੈ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਅਮਰੀਕਨ ਸਿਟੀਜ਼ਨ ਵੀ ਸ਼ਾਮਲ ਸਨ, ਜਦਕਿ ਕੁਝ ਲੋਕ ਵੱਖੋ ਵੱਖਰੇ ਵਿਦੇਸ਼ਾਂ ਨਾਲ ਸੰਬੰਧਿਤ ਸਨ ਜੋ ਕੈਨੇਡਾ 'ਚ ਆਉਣਾ ਚਾਹੁੰਦੇ ਸਨ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ 11,835 ਲੋਕਾਂ ਵਿੱਚੋਂ 10,329 ਅਮਰੀਕਨ ਸਿਟੀਜ਼ਨ ਸਨ, ਜਦਕਿ 1,506 ਲੋਕ ਕੁਝ ਹੋਰ ਮੁਲਕਾਂ ਨਾਲ ਸੰਬੰਧਿਤ ਸਨ ਜੋ ਕੈਨੇਡਾ 'ਚ ਦਾਖਲ ਹੋਣਾ ਚਾਹੁੰਦੇ ਸਨ। ਪਰ ਜਦੋਂ ਉਹਨਾਂ ਨੂੰ ਯਾਤਰਾ ਦਾ ਕਾਰਨ ਪੁੱਛਿਆ ਗਿਆ ਅਤੇ ਕਾਰਨ ਗੈਰ ਜ਼ਰੂਰੀ ਹੋਣ ਕਾਰਨ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਅਤੇ ਰੋਜ਼ਾਨਾ ਹੀ ਅਜਿਹੇ ਸੈਂਕੜੇ ਲੋਕ ਕੈਨੇਡਾ ਦੇ ਬਾਰਡਰ ਤੇ ਪਹੁੰਚ ਕਰਦੇ ਨੇ ਜਿਨ੍ਹਾਂ ਨੂੰ ਗੈਰ ਜ਼ਰੂਰੀ ਕਾਰਨਾਂ ਕਰਕੇ ਵਾਪਸ ਮੋੜ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ 16 ਜੂਨ ਤੋਂ ਲੈ ਕੇ 12 ਜੁਲਾਈ ਤੱਕ ਲਗਭਗ 4200 ਲੋਕਾਂ ਨੂੰ ਸਰਹੱਦ ਤੋਂ ਵਾਪਸ ਮੋੜਿਆ ਗਿਆ। ਜਿਵੇਂ ਅਮਰੀਕਾ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਅਮਰੀਕਾ ਤੇ ਚੀਨ ਦੇ ਸਬੰਧ ਹੋਰ ਵਿਗੜਦੇ ਜਾ ਰਹੇ ਨੇ। बीते दिन ही अमरीका ने चीन के कुछ अधिकारियों ते अमरीका यात्रा ते पाबंदियां लगाईਆਂ सन। इस दे जवाब च चीन ने भी कई अमरीका के अधिकारियों ते चीन की यात्रा ते पाबंदियां लगा दित्तियां ਅਤੇ ਹੁਣ ਲੱਗਦਾ है कि कुछ होर चीनी अधिकारियों ते अमरीका पाबंदियां लाउण दे मूड 'ਚ नज़र आ रहा है। असल 'ਚ ਦੱਖਣੀ ਚੀਨ ਸਾਗਰ 'ਚ ਜਲ ਮਾਰਗ ਨੂੰ ਲੈ ਕੇ ਚੀਨ ਅਤੇ ਅਮਰੀਕਾ ਫਿਰ ਇੱਕ ਦੂਜੇ ਦੇ ਸਾਹਮਣੇ ਆ ਗਏ ਨੇ। ਅਮਰੀਕਾ ਦੇ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਡੇਵਿਡ ਸਟਿਲਮਨ ਨੇ ਸੰਭਾਵਿਤ ਪਾਬੰਦੀਆਂ ਬਾਰੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਚੀਨ ਨੂੰ ਸਖਤ ਸੰਦੇਸ਼ ਦੇਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਦੀਆਂ ਨਜ਼ਰਾਂ ਤੋਂ ਕੁਝ ਵੀ ਨਹੀਂ ਲੁਕਿਆ ਹੈ ਤੇ ਕੁਝ ਵੀ ਸੰਭਵ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅਮਰੀਕਾ ਦੇ ਸਖਤ ਰੁਖ ਦਾ ਮਤਲਬ ਇਹ ਹੈ ਕਿ ਇਹਨਾਂ ਸਮੁੰਦਰੀ ਮੁੱਦਿਆਂ ਤੇ ਅਸੀਂ ਮੂਕ ਦਰਸ਼ਕ ਨਹੀਂ ਬਣੇ ਰਹਾਂਗੇ। ਚੀਨ ਵੱਲੋਂ ਗੁਆਂਢੀਆਂ ਦੇ ਇਲਾਕੇ ਨੂੰ ਜਬਰਨ ਹੜੱਪਣ ਅਤੇ ਨਵੇਂ ਦਾਅਵੇ ਠੋਕਣ ਅਤੇ ਫੌਜੀ ਜਮਾਵਣਾ ਵਧਾਉਣਾ ਇੱਕ ਖਤਰਨਾਕ ਕਦਮ ਹੈ। ਇਸ ਦਾ ਅਸਰ ਪੂਰੇ ਖੇਤਰ 'ਤੇ ਤਾਂ ਪਵੇਗਾ ਹੀ, ਨਾਲ ਹੀ ਚੀਨ ਅਮਰੀਕਾ ਦੇ ਰਿਸ਼ਤੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਇੱਕ ਦਿਨ ਪਹਿਲਾਂ ਹੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਦੇ ਦਾਅਵੇ ਨੂੰ ਨਾਮਨਜ਼ੂਰ ਅਤੇ ਕੌਮਾਂਤਰੀ ਕਾਨੂੰਨਾਂ ਦੇ ਖਿਲਾਫ ਦੱਸਿਆ ਸੀ। ਅਮਰੀਕਾ ਨੇ ਚੀਨ ਦੇ ਖਿਲਾਫ ਪਹਿਲੀ ਵਾਰ ਇੰਨਾ ਸਖਤ ਰੁਖ ਦਿਖਾਇਆ ਹੈ। ਹਾਲਾਂਕਿ ਬੀਤੇ ਦਿਨ ਚੀਨ ਨਾਲ ਵੀ ਭਾਰਤ ਦੇ ਸੰਬੰਧ ਵਿਗੜੇ ਸਨ, ਪਰ ਉਸ ਮਾਮਲੇ 'ਚ ਅਮਰੀਕਾ ਨੇ ਚੀਨ ਦੇ ਖਿਲਾਫ ਕੋਈ ਸਖਤ ਪ੍ਰਤੀਕਰਮ ਨਹੀਂ ਦਿੱਤਾ ਸੀ। ਸਾਗਰ ਦੇ ਜਿਸ ਹਿੱਸੇ ਤੇ ਵਿਵਾਦ ਚੱਲ ਰਿਹਾ ਉਹ ਇੱਕ ਅਹਿਮ ਜਲ ਮਾਰਗ ਹੈ। ਇਸ ਜਲ ਮਾਰਗ ਦੇ ਜ਼ਰੀਏ ਸਾਲਾਨਾ $3 ਟ੍ਰਿਲੀਅਨ ਦਾ ਕਾਰੋਬਾਰ ਹੁੰਦਾ ਹੈ। ਇਸ ਇਲਾਕੇ ਵਿੱਚ ਚੀਨ ਦੀ ਵਿਸਥਾਰਵਾਦੀ ਨੀਤੀ ਖਿਲਾਫ ਅਤੇ ਆਵਾਜਾਈ ਦੀ ਆਜ਼ਾਦੀ ਨੂੰ ਲੈ ਕੇ ਅਮਰੀਕਾ ਆਪਣੇ ਜੰਗੀ ਬੇੜੇ ਭੇਜਦਾ ਰਹਿੰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਪਾਬੰਦੀਆਂ ਦੀ ਧਮਕੀ ਸਮੱਸਿਆ ਨੂੰ ਵਧਾਉਣ ਵਾਲਾ ਤਾਜ਼ਾ ਕਦਮ ਹੈ ਤੇ ਉਹ ਇਸ ਦੀ ਪਰਵਾਹ ਨਹੀਂ ਕਰਨਗੇ। ਚੀਨ ਅਤੇ ਅਮਰੀਕਾ ਦੇ ਰਿਸ਼ਤੇ ਕਈ ਮੁੱਦਿਆਂ ਨੂੰ ਲੈ ਕੇ ਦਿਨੋਂ ਦਿਨ ਤਲਖ ਹੁੰਦੇ ਜਾ ਰਹੇ ਨੇ, ਖਾਸ ਕਰਕੇ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਪਸਾਰ ਅਤੇ ਹਾਂਗਕਾਂਗ ਵਿੱਚ ਚੀਨ ਦੀ ਦਮਨਕਾਰੀ ਨੀਤੀ ਕਾਰਨ ਅਮਰੀਕਾ ਕਾਫੀ ਗੁੱਸੇ 'ਚ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਖੁੱਲ੍ਹ ਕੇ ਕੋਰੋਨਾ ਵਾਇਰਸ ਨੂੰ ਕਦੇ ਚਾਈਨੀਜ਼ ਵਰਗ ਤੇ ਕਦੇ ਕੁੰਗ ਫੂ ਵਾਇਰਸ ਕਹਿ ਚੁੱਕੇ ਨੇ। ਅਮਰੀਕਾ ਵੱਲੋਂ ਚੀਨ ਦੇ ਅਧਿਕਾਰੀਆਂ ਤੇ ਪਾਬੰਦੀਆਂ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। बीते दिन ही अमरीका ने तिब्बत ਅਤੇ ਉਈਗਰ ਮੁਸਲਮਾਨਾਂ ਦੇ ਮਾਮਲੇ ਵਿੱਚ ਚੀਨ ਦੇ ਕੁਝ ਅਧਿਕਾਰੀਆਂ ਤੇ ਪਾਬੰਦੀਆਂ ਲਗਾਈਆਂ ਸਨ ਕਿ ਉਹ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹੁਣ ਹਾਂਗਕਾਂਗ ਦੇ ਮਾਮਲੇ ਵਿੱਚ ਵੀ ਅਮਰੀਕਾ ਨੇ ਚੀਨ ਦੇ ਕੁਝ ਅਧਿਕਾਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਤੇ ਹਸਤਾਖਰ ਕਰਕੇ ਹਾਂਗਕਾਂਗ ਨੂੰ ਦਿੱਤਾ ਗਿਆ ਆਰਥਿਕ ਤਰਜੀਹ ਦਾ ਦਰਜਾ ਖਤਮ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਉਸ ਬਿੱਲ ਤੇ ਵੀ ਸਾਈਨ ਕੀਤੇ ਜਿਸ 'ਚ ਹਾਂਗਕਾਂਗ 'ਚ ਸਿਆਸੀ ਸੰਕਟ ਪੈਦਾ ਕਰਨ ਤੇ ਜ਼ਿੰਮੇਵਾਰ ਚੀਨੀ ਅਧਿਕਾਰੀਆਂ ਤੇ ਪਾਬੰਦੀ ਲਗਾਈ ਗਈ ਹੈ। ਅਮਰੀਕਾ ਨੇ ਇਹ ਕਦਮ ਚੀਨ ਵੱਲੋਂ ਉੱਥੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਤੋਂ ਬਾਅਦ ਚੁੱਕਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਨਾ ਸਿਰਫ ਖਿੱਤੇ ਦੀ ਖੁਦਮੁਖਤਿਆਰੀ ਪ੍ਰਭਾਵਿਤ ਹੋਵੇਗੀ ਬਲਕਿ ਲੋਕਤੰਤਰਿਕ ਆਜ਼ਾਦੀ ਨੂੰ ਵੀ ਖਤਰਾ ਹੋਵੇਗਾ। ਟਰੰਪ ਪ੍ਰਸ਼ਾਸਨ ਖੁੱਲ੍ਹੇ ਤੌਰ ਤੇ ਬੀਜਿੰਗ ਵੱਲੋਂ ਇਹ ਕਾਨੂੰਨ ਲਾਗੂ ਕੀਤੇ ਜਾਣ ਦਾ ਵਿਰੋਧ ਕਰ ਰਿਹਾ ਹੈ, ਜਦਕਿ ਦੁਨੀਆ ਭਰ ਦੇ ਹੋਰ ਮੁਲਕਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ। ਇੱਥੋਂ ਤੱਕ ਕੈਨੇਡਾ ਤੇ ਇੰਗਲੈਂਡ ਵਰਗੇ ਮੁਲਕਾਂ ਵੱਲੋਂ ਵੀ ਹਾਂਗਕਾਂਗ ਤੇ ਚੀਨ ਦੀ ਦਖਲ ਅੰਦਾਜ਼ੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਟਰੰਪ ਨੇ ਵਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਨੂੰ ਹਾਂਗਕਾਂਗ ਦੇ ਲੋਕਾਂ ਖਿਲਾਫ ਦਮਨਕਾਰੀ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਚੀਨ ਨੂੰ ਇਸ ਗੱਲ ਲਈ ਜਵਾਬਦੇਹ ਬਣਾਉਣਾ ਚਾਹੀਦਾ ਹੈ ਕਿ ਹਾਂਗਕਾਂਗ ਦੇ ਵਿੱਚ ਸਿਆਸੀ ਉਥਲ-ਪੁਥਲ ਲਈ ਕੌਣ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਇਸ ਹੁਕਮ ਦੇ ਲਾਗੂ ਹੋਣ ਤੋਂ ਬਾਅਦ ਹਾਂਗਕਾਂਗ ਨਾਲ ਚੀਨ ਵਰਗਾ ਹੀ ਵਿਹਾਰ ਕੀਤਾ ਜਾਵੇਗਾ। ਨਾ ਤਾਂ ਉਸ ਨੂੰ ਕਿਸੇ ਤਰ੍ਹਾਂ ਦਾ ਵਿਸ਼ੇਸ਼ ਅਧਿਕਾਰ ਹੋਵੇਗਾ ਤੇ ਨਾ ਹੀ ਸੰਵੇਦਨਸ਼ੀਲ ਤਕਨੀਕਾਂ ਦੀ ਦਰਾਮਦ ਦੀ ਇਜਾਜ਼ਤ ਹੋਵੇਗੀ। ਟਰੰਪ ਨੇ ਕਿਹਾ ਕਿ ਉਹ ਚੀਨ ਤੇ ਵੱਡੇ ਪੱਧਰ ਤੇ ਟੈਰਿਫ ਲਗਾ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਚੀਨ ਨੇ ਹਾਂਗਕਾਂਗ ਦੀ ਆਜ਼ਾਦੀ ਖੋਹ ਲਈ ਹੈ ਤੇ ਉਹਨਾਂ ਦੇ ਅਧਿਕਾਰ ਵੀ ਖੋਹ ਲਏ ਨੇ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਹਾਂਗਕਾਂਗ ਕਦੀ ਵੀ ਮੁਕਤ ਬਾਜ਼ਾਰ 'ਚ ਮੁਕਾਬਲਾ ਨਹੀਂ ਕਰ ਸਕੇਗਾ। ਉਹਨਾਂ ਨੇ ਕਿਹਾ ਕਿ ਲੋਕ ਹਾਂਗਕਾਂਗ ਛੱਡ ਦੇਣਗੇ ਅਤੇ ਬਾਹਰਲੇ ਮੁਲਕਾਂ 'ਚ ਵਸਣਾ ਸ਼ੁਰੂ ਕਰ ਦੇਣਗੇ, ਜਦ ਕਿ ਅਮਰੀਕਾ ਦੇ ਇਸ ਕਦਮ ਤੋਂ ਬਾਅਦ ਚੀਨ ਨੇ ਇੱਕ ਵਾਰੀ ਫੇਰ ਸਖਤ ਪ੍ਰਤੀਕਿਰਿਆ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਅਮਰੀਕਾ ਦੇ ਲੋਕਾਂ ਅਤੇ ਅਮਰੀਕਾ ਦੀਆਂ ਕੁਝ ਸੰਸਥਾਵਾਂ ਦੇ ਖਿਲਾਫ ਪਾਬੰਦੀ ਲਗਾਏਗਾ। ਹਾਲਾਂਕਿ ਸਰਕਾਰ ਵੱਲੋਂ ਜਿਹੜੇ ਬਿਆਨ ਜਾਰੀ ਕੀਤੇ ਗਏ ਨੇ ਉਸ 'ਚ ਟਰੰਪ ਵੱਲੋਂ ਕਾਰਜਕਾਰੀ ਹੁਕਮ 'ਤੇ ਹਸਤਾਖਰ ਕਰਨ ਦਾ ਹਵਾਲਾ ਨਹੀਂ ਦਿੱਤਾ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਾਂਗਕਾਂਗ ਦਾ ਮਾਮਲਾ ਪੂਰੀ ਤਰ੍ਹਾਂ ਚੀਨ ਦਾ ਅੰਦਰੂਨੀ ਮਾਮਲਾ ਹੈ ਤੇ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਇਸ ਦਖਲ ਦਾ ਅਧਿਕਾਰ ਨਹੀਂ ਹੈ। ਦੁਨੀਆ ਭਰ 'ਚ ਕਰੋਨਾ ਵਾਇਰਸ ਦੀ ਸੈਕੰਡ ਵੇਵ ਆਉਣ ਦੀ ਚਰਚਾ ਚੱਲ ਰਹੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਲਗਾਤਾਰ ਇਸ ਬਾਰੇ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਮੁੜ ਕੇ ਵਾਪਸ ਆ ਸਕਦਾ ਹੈ, ਜਦਕਿ ਅਮਰੀਕਾ ਦੇ ਵਿੱਚ ਇਸ ਵਕਤ ਵੀ ਕਰੋਨਾ ਵਾਇਰਸ ਨੇ ਪੂਰਾ ਕਹਿਰ ਮਚਾਇਆ ਹੋਇਆ। ਇਸ ਸੰਬੰਧੀ ਵੱਖ-ਵੱਖ ਮੁਲਕਾਂ 'ਚ ਦੁਬਾਰਾ ਲੋਕਡਾਊਨ ਲਾਉਣ ਦੀ ਨੌਬਤ ਵੀ ਆ ਸਕਦੀ ਹੈ। ਇਸ ਸੰਬੰਧੀ ਇੱਕ ਏਜੰਸੀ ਵੱਲੋਂ ਕੈਨੇਡਾ 'ਚ ਸਰਵੇ ਵੀ ਕੀਤਾ ਗਿਆ ਕਿ ਜੇਕਰ ਮੁੜ ਕੇ ਕਰੋਨਾ ਵਾਇਰਸ ਕਾਰਨ ਕੈਨੇਡਾ 'ਚ ਲੋਕਡਾਊਨ ਲਾਉਣ ਦੀ ਨੌਬਤ ਆਉਂਦੀ ਹੈ ਤਾਂ ਉਸ ਨੂੰ ਕਿੰਨੇ ਲੋਕ ਸਪੋਰਟ ਕਰਨਗੇ। ਇਸ ਸੰਬੰਧੀ ਏਜੰਸੀ ਵੱਲੋਂ ਜੋ ਸਰਵੇ ਕੀਤਾ ਗਿਆ ਉਸ ਵਿੱਚ 77% ਤੋਂ ਵੱਧ ਲੋਕਾਂ ਨੇ ਕਿਹਾ ਕਿ ਜੇਕਰ ਦੁਬਾਰਾ ਲੋਕਡਾਊਨ ਲਾਉਣ ਦੀ ਨੌਬਤ ਆਉਂਦੀ ਹੈ ਤਾਂ ਉਹ ਇਸ ਦਾ ਸਾਥ ਦੇਣਗੇ, ਜਦਕਿ 23% ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਏਜੰਸੀ ਦੇ CEO ਨੇ ਕਿਹਾ ਕਿ ਕੈਨੇਡਾ ਦੇ ਲੋਕ ਬਹੁਤ ਨੇੜਿਓਂ ਹੋ ਕੇ ਖਬਰਾਂ ਦੇਖਦੇ ਨੇ ਤੇ ਉਹ ਕਰੋਨਾ ਵਾਇਰਸ ਦੀ ਸਾਰੀ ਸਥਿਤੀ ਤੋਂ ਜਾਣੂ ਨੇ ਅਤੇ ਕੈਨੇਡਾ ਦੇ ਲੋਕ ਇਹ ਵੀ ਜਾਣਦੇ ਨੇ ਕਿ ਕਰੋਨਾ ਵਾਇਰਸ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਇਸ ਦਾ ਕੁਝ ਪ੍ਰਭਾਵ ਅਮਰੀਕਾ ਤੋਂ ਵੀ ਪਿਆ, ਕਿਉਂਕਿ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਕਾਰਨ ਹੁਣ ਤੱਕ 1,40,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 35 ਲੱਖ ਤੋਂ ਵੱਧ ਕਰੋਨਾ ਵਾਇਰਸ ਦੇ ਮਾਮਲੇ ਹੁਣ ਤੱਕ ਉੱਥੇ ਸਾਹਮਣੇ ਆ ਚੁੱਕੇ ਨੇ, ਜਦਕਿ ਕਰੋਨਾ ਵਾਇਰਸ ਨੇ ਅਮਰੀਕਾ ਦੇ ਕਾਰੋਬਾਰ ਵੀ ਤਬਾਹ ਕਰਕੇ ਰੱਖ ਦਿੱਤੇ ਨੇ। ਇਸ ਕਾਰਨ ਗਵਾਂਢੀ ਮੁਲਕ ਦਾ ਹਾਲਾਤ ਦੇਖ ਕੇ ਵੀ ਲੋਕ ਵਧੇਰੇ ਜਾਗਰੂਕ ਹੋਏ ਨੇ। ਅਜਿਹੇ ਹਾਲਾਤਾਂ 'ਚ 77% ਲੋਕ ਇਹ ਕਹਿੰਦੇ ਨੇ ਕਿ ਜੇਕਰ ਦੁਬਾਰਾ ਲੋਕਡਾਊਨ ਲੱਗਦਾ ਹੈ ਤਾਂ ਉਹ ਇਸ ਦਾ ਸਾਥ ਦੇਣਗੇ, ਜਦਕਿ ਸਿਰਫ 23% ਲੋਕ ਹੀ ਇਸ ਤੋਂ ਨਾਖੁਸ਼ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।